ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਚੌਲ ਸਾਹਿਬ, the 1st of August, a very very good morning, ਸਤਿ ਸ੍ਰੀ ਅਕਾਲ। ਹਾਂ ਜੀ, ਸਤਿ ਸ਼੍ਰੀ ਅਕਾਲ ਅਰਸ਼, ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰੇ ਸਰੋਤਿਆਂ ਦਰਸ਼ਕਾਂ ਦਾ, ਜਿੱਥੇ ਕਿਤੇ ਵੀ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਹੋਣਗੇ ਤੇ ਲੌਂਗ ਵੀਕਐਂਡ ਦਾ ਆਨੰਦ ਮਾਣਿਆ ਜਾ ਰਿਹਾ ਹੋਵੇਗਾ। ਜਿਸ ਤਰ੍ਹਾਂ ਤੁਸੀਂ ਦੱਸਿਆ ਕਿ 1 ਅਗਸਤ ਆ ਗਈ ਹੈ ਜੀ, ਕਰਦਿਆਂ ਕਰਾਉਂਦਿਆਂ ਫਿਰ 2022 ਦੇ 7 ਮਹੀਨਿਆਂ ਦੇ ਵਿੱਚੋਂ ਆਪਾਂ ਥਰੂ ਹੋ ਕੇ ਅੱਜ 8ਵੇਂ 'ਚ ਦਾਖਲ ਹੋ ਗਏ ਹਾਂ ਜੀ, ਤੇ ਆਸ ਕਰਦੇ ਹਾਂ ਜੀ ਫਿਰ ਬਾਕੀ ਜਿਹੜੀਆਂ ਉਮੀਦਾਂ ਆਸਾਂ ਇਸ ਸਾਲ ਤੋਂ ਸੀਗੀਆਂ ਜਾਂ ਫਿਰ ਇਸ ਸਾਲ ਦੇ ਚਲਦਿਆਂ ਆਪਣੇ ਆਪ ਤੋਂ ਵੀ ਸੀਗੀਆਂ ਵੀ ਉਹ ਪੂਰੀਆਂ ਹੋ ਰਹੀਆਂ ਹੋਣਗੀਆਂ। ਤੇ ਜੇ ਕੁਝ ਕਮੀਆਂ ਹਨ ਤੇ ਫਿਰ ਦੇਖ ਲਓ ਕਿ 4 ਮਹੀਨੇ ਬਾਕੀ ਰਹਿ ਗਏ ਆ ਤੇ ਸਫ਼ਰ ਇਹ ਦਿਨਾਂ ਦਾ, ਹਫ਼ਤਿਆਂ ਦਾ, ਮਹੀਨਿਆਂ ਦਾ, ਸਾਲਾਂ ਦਾ ਏਦਾਂ ਹੀ ਜਾਰੀ ਹੈ। ਕਰੋੜਾਂ ਸਾਲਾਂ ਤੋਂ ਧਰਤੀ ਤੇ ਆਪਣਾ ਵੀ ਜਿੰਨਾ ਕੁ ਸਫ਼ਰ ਹੈ ਜੀ ਵੀ ਉਹਦੇ ਦੌਰਾਨ ਅੱਜ ਫਿਰ ਅਗਸਤ ਮਹੀਨਾ 2022 ਦਾ ਆਰੰਭ ਹੋ ਗਿਆ ਜੀ। ਆਲਰਾਈਟ, ਕੱਲ ਜੌਲ ਸਾਹਿਬ ਇੱਕ ਅਜਿਹੇ ਕਹਿ ਲਓ ਕਿ ਇਨਸਾਨ ਨੂੰ, ਅਜਿਹੇ ਸ਼ਹੀਦ ਨੂੰ ਯਾਦ ਕੀਤਾ ਗਿਆ ਜੀ ਦੁਨੀਆ ਭਰ ਦੇ ਵਿੱਚ। ਸ਼ਹੀਦ ਆਜ਼ਮ ਊਧਮ ਸਿੰਘ ਜੀ ਨੂੰ ਕੱਲ ਬਰੈਂਪਟਨ ਦੇ ਵਿੱਚ ਖਾਸ ਕਰਕੇ ਵੈ ਤਾਂ ਵਰਲਡ ਵਾਈਡ ਯਾਦ ਕੀਤਾ ਗਿਆ, ਪਰੰਤੂ ਬਰੈਂਪਟਨ ਦੇ ਵਿੱਚ ਕਾਫੀ ਥਾਵਾਂ ਤੇ ਕੱਲ ਯਾਦ ਕੀਤਾ ਗਿਆ ਜੀ ਊਧਮ ਸਿੰਘ ਜੀ ਨੂੰ। ਬਿਲਕੁਲ ਠੀਕ ਕਹਿ ਰਹੇ ਹੋ, ਕਿਉਂਕਿ ਅਰਸ਼ ਹੁਣ ਵੀ ਸਾਡੀ ਜਿਹੜੀ ਕੌਮ ਹੈ, ਪੰਜਾਬੀ ਕੌਮ, ਸਿੱਖ ਕੌਮ ਵੀ ਸਾਰੀ ਧਰਤੀ ਦੇ ਉੱਤੇ ਹੀ ਹੈ ਤੇ ਫਿਰ ਆਪਣੇ ਜਿਹੜੇ ਵੀ ਪ੍ਰਵਾਨੇ ਨੇ ਆਜ਼ਾਦੀ ਦੇ ਜਾਂ ਕੌਮ ਦੇ ਯੋਧੇ ਨੇ ਵੀ ਉਹਨਾਂ ਨੂੰ ਵੀ ਹਰ ਜਗ੍ਹਾ ਤੇ ਜਾ ਕੇ ਵੀ ਆਪਾਂ ਯਾਦ ਰੱਖਦੇ ਹਾਂ। ਇਹ ਆਪਾਂ ਜਿੱਥੇ ਜਿੱਥੇ ਗਏ ਆ ਫਿਰ ਆਪਣੀ ਵਿਰਾਸਤ ਨੂੰ, ਆਪਣੇ ਇਤਿਹਾਸ ਨੂੰ ਨਾਲ ਹੀ ਤਾਂ ਲੈ ਕੇ ਗਏ ਆ। ਉਹਦੀ ਇਹ ਉਦਾਹਰਣ ਸੀਗੀ ਪਈ ਸ਼ਹੀਦ ਊਧਮ ਸਿੰਘ ਹੁਣਾਂ ਨੂੰ ਬਰੈਂਪਟਨ ਦੇ ਵਿੱਚ ਵੀ ਯਾਦ ਕੀਤਾ ਗਿਆ। ਵੱਖ-ਵੱਖ ਜਿੱਥੇ ਵੀ ਸਮਾਗਮ ਸੀਗੇ ਤੇ ਉਹਨਾਂ ਦਾ ਜ਼ਿਕਰ ਹੈ ਜਿਹੜਾ ਜੀ ਵੀ ਉਹ ਹੁੰਦਾ ਰਿਹਾ। ਉਹਨਾਂ ਨੇ ਨਾ ਉਮਰ ਕੋਈ ਬਹੁਤੀ ਜ਼ਿਆਦਾ ਨਹੀਂ ਪਾਈ, 1899 'ਚ ਹੀ ਉਹਨਾਂ ਦਾ ਜਾਣੀ ਜਨਮ ਹੋਇਆ ਸੀਗਾ ਤੇ 1940 'ਚ ਜਾਣੀ ਉਹਨਾਂ ਨੇ ਫਾਂਸੀ ਦਾ ਰੱਸਾ ਚੁੰਮਿਆ ਸੀਗਾ। ਕੱਲ ਫਿਰ ਜਾਣੀ ਉਹਨਾਂ ਦਾ ਜਿਹੜਾ 82ਵਾਂ ਸ਼ਹੀਦੀ ਦਿਹਾੜਾ ਸੀ, ਕਿਉਂਕਿ ਵੀ ਇੱਕ ਪਾਸੇ ਤਾਂ ਉਹ ਉੱਥੇ ਭਾਰਤ ਦੇਸ਼ ਦੀ ਆਜ਼ਾਦੀ ਦਾ ਯੋਧਾ ਤਾਂ ਸੀ, ਪਰ ਇਹ ਵੀ ਸਮਝਿਆ ਜਾਂਦਾ ਵੀ ਉਹ ਕੌਮ ਦੀ ਪੱਗ ਦਾ ਰਾਖਾ ਵੀ ਸੀ, ਕਿਉਂਕਿ ਮਾਈਕਲ ਓਡਵਾਇਰ ਜਿਹੜਾ ਕਿ ਜਲਿਆਂਵਾਲੇ ਬਾਗ ਦਾ ਕਤਲੇਆਮ 13 ਅਪ੍ਰੈਲ 1999 ਉਸ ਦਾ ਦੋਸ਼ੀ ਸੀ, ਉਸ ਨੂੰ ਠੰਡਾ ਕੀਤਾ ਸੀ 13 ਮਾਰਚ 1940 ਨੂੰ। ਹੁਣ ਠੰਡਾ ਕੀਤਾ ਸੀ ਜ਼ਿਕਰ ਇਸ ਕਰਕੇ ਆਉਂਦਾ ਕਿਉਂਕਿ ਵੀ ਜਦੋਂ ਉਹ ਇਹ ਕਾਰਾ ਕਰਕੇ ਗਿਆ ਸੀ ਤੇ ਫਿਰ ਉਸ ਵੇਲੇ ਜਾਣੀ ਉਹਨੂੰ ਸਰੋਪਾ ਦਿੱਤਾ ਗਿਆ ਸਿੱਖ ਕੌਮ ਦੇ ਉਸ ਸਮੇਂ ਦੇ ਜਿਹੜੇ ਆਗੂ ਸੀ। ਹੁਣ ਸਰੋਪਾ ਦੇਣ ਦਾ ਬਹਾਨਾ ਜਾਣੀ ਅੱਜ ਇਸ ਤਰੀਕੇ ਦੇ ਨਾਲ ਉਹਨੂੰ ਟਵਿਸਟ ਕੀਤਾ ਜਾ ਰਿਹਾ ਵੀ ਉਹ ਗੁੱਸੇ 'ਚ ਬਹੁਤ ਸੀ ਤੇ ਉਹਨੂੰ ਸਰੋਪਾ ਦੇ ਕੇ ਠੰਡਾ ਕੀਤਾ ਗਿਆ, ਨਹੀਂ ਤੇ ਪਤਾ ਨਹੀਂ ਕਿੱਥੇ ਦਰਬਾਰ ਸਾਹਿਬ ਤੇ ਉਹਨੇ ਅਟੈਕ ਕਰ ਦੇਣਾ ਸੀ। ਅੱਛਾ, ਹੁਣ ਪਹਿਲੀ ਗੱਲ ਤਾਂ ਇਹ ਨਹੀਂ ਪਤਾ ਲੱਗੀ ਵੀ ਉਹਨੂੰ ਠੰਡਾ ਕੀਤਾ ਵੀ ਉਹਨੂੰ ਗਰਮੀ ਕਾਹਦੀ ਚੜੀ ਸੀ, ਵੀ ਕੀ ਕੌਮ ਨੇ, ਪੰਜਾਬੀ ਕੌਮ ਨੇ, ਸਿੱਖ ਕੌਮ ਨੇ ਐਸਾ ਕੀਤਾ ਸੀ ਵੀ ਭਾਈ ਸਾਹਿਬ ਜਿਹੜਾ ਉਹਨੂੰ ਇੰਨੀ ਗਰਮੀ ਆ ਗਈ ਸੀ ਜਿਹੜਾ ਉਹਨੂੰ ਠੰਡਾ ਕਰਨ ਦੀ ਲੋੜ ਸੀ। ਇੰਨਾ ਵੱਡਾ ਕਤਲੇਆਮ ਜਲਿਆਂਵਾਲਾ ਬਾਗ ਦੇ ਵਿੱਚ ਕਰਕੇ ਵੀ ਹਜੇ ਉਹ ਤੱਤਾ ਹੀ ਸੀ, ਮਤਲਬ ਉਹਨੂੰ ਠੰਡ ਨਹੀਂ ਸੀ ਪਈ, ਹਜੇ ਸਰੋਪੇ ਦੀ ਲੋੜ ਸੀ। ਮੈਂ ਸਮਝਾਂਗਾ ਕਿ ਜੀ ਵੀ ਐਸੇ ਕੌਮ ਦੇ ਕਾਤਲ ਨੂੰ ਸਰੋਪਾ ਦੇ ਕੇ ਸਨਮਾਨਿਤ ਕਰਨਾ ਇਹ ਚਾਪਲੂਸੀ ਤੇ ਡਰਪੋਕਤਾ ਦੀ ਹੱਦ ਹੈ ਤੇ ਇਹਦੇ ਨਾਲ ਕੌਮ ਦਾ ਸਿਰ ਨੀਵਾਂ ਕੀਤਾ ਗਿਆ ਜੀ। ਦੱਸਿਆ ਗਿਆ ਕਿ ਅਸੀਂ ਕਾਤਲਾਂ ਦੇ ਚਾਪਲੂਸ ਤੇ ਉਹਨਾਂ ਦੇ ਅੱਗੇ ਝੁਕਦੇ ਹਾਂ, ਸਰੋਪਾ ਦਿੰਨੇ ਕਿਸੇ ਨੂੰ ਮਾਣ ਤਾਣ ਵਾਸਤੇ ਵੀ ਤੂੰ ਕਤਲ ਕਰਕੇ ਆਇਆ ਨਾ ਸਾਡੀ ਕੌਮ ਦਾ ਤੇ ਆ ਲੈ ਸਰੋਪਾ। ਤੇ ਠੰਡਾ ਮਤਲਬ ਫਿਰ ਜੇ ਕੀਤਾ ਗਿਆ ਸੀ ਤੇ ਉਹ ਸ਼ਹੀਦ ਊਧਮ ਸਿੰਘ ਜੀ ਨੇ ਉਹਨੂੰ ਕੀਤਾ ਸੀ 13 ਮਾਰਚ 1940 ਨੂੰ। 1919 ਦੇ ਵਿੱਚ 13 ਅਪ੍ਰੈਲ ਨੂੰ ਕਤਲੇਆਮ ਤੋਂ ਬਾਅਦ ਉਹਨੂੰ ਸਰੋਪੇ ਨੇ ਠੰਡਾ ਨਹੀਂ ਸੀ ਕੀਤਾ, ਉਹਨੂੰ 13 ਮਾਰਚ 1940 ਨੂੰ ਸਾਡੇ ਕੌਮੀ ਹੀਰੋ ਸ਼ਹੀਦ ਊਧਮ ਸਿੰਘ ਜੀ ਨੇ ਆਪਣੀ ਜਾਨ ਤਲੀ ਤੇ ਰੱਖ ਕੇ ਠੰਡਾ ਕੀਤਾ ਸੀ। ਬੜੀ ਤੇਜ਼ੀ ਦੇ ਨਾਲ ਇਹ ਘਟਨਾਵਾਂ ਫਿਰ ਉਹਦੇ ਕੇਸ ਦੀਆਂ ਉੱਥੇ, ਕਿਉਂਕਿ UK ਦੇ ਵਿੱਚ ਕਤਲੇਆਮ ਕਰਕੇ ਜਿੱਥੋਂ ਕੋਈ ਲੁੱਕ ਗਿਆ ਦੋਸ਼ੀ, ਉਹਨੂੰ ਪਹਿਲੀ ਗੱਲ ਤੇ ਲੱਭਣਾ ਕਿ ਛੋਟਾ ਇਹ ਮਿਸ਼ਨ ਥੋੜਾ ਸੀਗਾ। ਫਿਰ ਉਹਦੇ ਘਰ ਦੇ ਵਿੱਚ ਜਾ ਕੇ ਜਾਣੀ ਕਿ ਵੀ ਉਹਨੂੰ ਸਜ਼ਾ ਯਾਫਤਾ ਕਰਨਾ ਕੌਮ ਦੇ ਦੋਸ਼ੀ ਨੂੰ। ਤੇ ਉਸ ਤੋਂ ਬਾਅਦ ਫਿਰ ਦੇਖੋ ਵੀ ਇਹ 13 ਮਾਰਚ 1940 ਤੇ 31 ਜੁਲਾਈ 1940 ਇਹ ਥੋੜੇ ਜਿਹੇ ਸਮੇਂ ਦੇ ਵਿੱਚ ਹੀ ਇਹ ਕਤਲ ਕੇਸ ਜਿਹੜਾ ਜੀ ਵੀ ਉਹਨਾਂ ਦਾ ਫਾਂਸੀ ਦੇ ਦਿਹਾੜੇ ਤੱਕ ਪਹੁੰਚ ਗਿਆ। ਸੋ ਇਸ ਕਰਕੇ ਸ਼ਹੀਦ ਊਧਮ ਸਿੰਘ ਜੀ ਦਾ ਧੰਨਵਾਦ ਕਿ ਉਹਨਾਂ ਨੇ ਕੌਮ ਦੀ ਡਿੱਗੀ ਹੋਈ ਪੱਗ ਨੂੰ ਸਿਰ ਤੇ ਰੱਖਿਆ ਦੁਬਾਰਾ। ਸੋ ਇਹ ਆਜ਼ਾਦੀ ਦਾ ਜਿਹੜਾ ਮਿਸ਼ਨ ਸੀ ਨਾ, ਅਸੀਂ ਇੱਕ ਵੱਖਰਾ ਮਿਸ਼ਨ ਸੀ, ਪਰ ਇਹ 13 ਅਪ੍ਰੈਲ 1919 ਤੋਂ ਬਾਅਦ ਕੌਮ ਦੀ ਜੋ ਪੱਗ ਰੋੜੀ ਗਈ ਸੀ
ਉਹਨੂੰ ਸਿਰ ਤੇ ਰੱਖਣਾ ਇੱਕ ਵੱਖਰਾ ਮਿਸ਼ਨ ਸੀ, ਜਿਹਨੂੰ ਕਿ ਸ਼ਹੀਦ ਊਧਮ ਸਿੰਘ ਜੀ ਨੇ ਆਪਣੇ ਜ਼ਿੰਮੇ ਲਿਆ, ਬਿਨਾਂ ਕਿਸੇ ਕਹਿਣ ਤੋਂ ਹੀ ਉਹਦੇ ਕੰਮ ਕਰਦੇ ਹੁੰਦੇ ਆ। ਸੋ ਇਹ ਉਹਨਾਂ ਦਾ ਮਿਸ਼ਨ ਹੈ ਜਿਹੜਾ ਜੀ ਵੀ ਉਹਦੇ ਵਿੱਚ ਜਿਹੜਾ ਇਹ ਕੌਮ ਨੂੰ ਉਹਨਾਂ ਨੇ ਮਾਣ-ਤਾਣ ਉੱਚਾ ਕੀਤਾ। ਇਸ ਦੇ ਲਈ ਉਹਨਾਂ ਦੇ ਸਮੁੱਚੇ ਪਰਿਵਾਰਾਂ ਦਾ ਅਸੀਂ ਧੰਨਵਾਦ ਵੀ ਕਰੀਏ। ਇਹਦੇ ਨਾਲ ਹੀ ਜੀ ਵੀ ਕੌਮੀ ਜਿਹੜੇ ਯੋਧੇ ਹੁੰਦੇ ਨੇ ਅਸੀਂ ਉਹਨਾਂ ਦਾ ਸਤਿਕਾਰ ਵੀ ਕਰੀਏ ਜੀ। ਅਸੀਂ ਕਾਤਲਾਂ ਨੂੰ ਦਿੱਤੇ ਹੋਏ ਸਰੋਪਿਆਂ ਨੂੰ ਜਾਇਜ਼ ਠਹਿਰਾ ਕੇ ਆਪਣੇ ਯੋਧਿਆਂ ਦਾ ਅਪਮਾਨ ਨਾ ਕਰੀਏ, ਕਿਉਂਕਿ ਜਿਹੜੇ ਯੋਧੇ ਨੇ ਨਾ ਇਹ ਜਿਹੜੇ ਦੋਖੀ ਰਾਜਨੀਤਿਕ ਹੈ ਉਹਨਾਂ ਦਾ ਜੇ ਅਪਮਾਨ ਕਰਨ ਤੇ ਇਹਨਾਂ ਰਾਜਨੀਤਿਕਾਂ ਨੂੰ ਸ਼ੀਸ਼ਾ ਦਿਖਾਉਣਾ ਵੀ ਬਹੁਤ ਜ਼ਰੂਰੀ ਹੈ। ਤਾਂ ਕਰਕੇ ਵੀ ਸਮੇਂ-ਸਮੇਂ ਤੇ ਜਦੋਂ ਕਿਤੇ ਕੌਮ ਦੀ ਪੱਗ ਡਿੱਗੇ ਜੀ ਉਹਨੂੰ ਅਰਸ਼ ਚੁੱਕਣ ਵਾਲੇ ਵੀ ਚਾਹੀਦੇ ਨੇ ਯੋਧੇ, ਤੇ ਸ਼ਹੀਦ ਊਧਮ ਸਿੰਘ ਜੀ ਉਹਨਾਂ ਦੇ ਵਿੱਚੋਂ ਇੱਕ ਸਨ। ਅਸੀਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ। ਬੇਟਾ ਅਰਸ਼ ਤੇ ਜੌਲ ਸਾਹਿਬ, ਸਤਿ ਸ੍ਰੀ ਅਕਾਲ ਜੀ ਕੈਪਟਨ ਜੌਲ ਸਾਹਿਬ। ਕੱਲ ਮੈਨੂੰ ਉੱਥੇ ਜਾਣ ਦਾ ਮੌਕਾ ਮਿਲਿਆ ਜਿੱਥੇ ਆਪਣੇ ਸਰਦਾਰ ਊਧਮ ਸਿੰਘ ਦਾ ਸ਼ਹੀਦੀ ਦਿਹਾੜੇ ਦੇ ਬਾਰੇ ਯਾਦ ਕਰ ਰਹੇ ਸੀ। ਉਹ ਸੀਗਾ ਕੈਸੀ ਕੈਮਲ ਦੇ ਨਾਲ ਇੱਕ ਸ਼ੈੱਡ ਹੈ, ਉਹ ਵੀ ਸ਼ੈੱਡ ਦੀ ਜਿਹੜੀ ਹਿੰਮਤ ਦਾਸ ਨੇ ਕੀਤੀ ਸੀ, ਬਣਿਆ ਤਾਂ ਉੱਥੇ ਟੋਟਲ ਹੀ 20 ਸੀ ਕਲੱਬਾਂ ਦੇ ਜਿਹੜੇ ਪ੍ਰਧਾਨ ਸੀ। ਟੋਟਲ ਅਸੀਂ 3 ਸੀ। 280 ਕਲੱਬ ਹੈ ਬਰਮਟਨ ਦੇ ਵਿੱਚ, ਜਿਹਦੇ ਵਿੱਚ 80 ਕਲੱਬ ਜਿਹੜੇ ਆ ਉਹ ਸਿੱਖਾਂ ਦੇ ਸਰਦਾਰਾਂ ਦੇ ਆ। ਮੈਨੂੰ ਦੇਖ ਕੇ ਬੜਾ ਅਫਸੋਸ ਹੋਇਆ। ਉਹ 4 ਕੁ ਜਣੇ ਸਾਡੇ ਸੱਜਣ ਹੈਗੇ ਆ, ਉਹੋ ਹੀ ਦਿਹਾੜੇ ਮਨਾਉਂਦੇ ਆ। ਮੈਂ ਉਹਨਾਂ ਨੂੰ ਕਿਹਾ ਧੰਨ ਹੈ ਤੁਸੀਂ, ਅਜੇ ਤੁਹਾਡੀਆਂ ਨਹੀਂ ਕਿਸੇ ਨੇ ਲੱਤਾਂ ਖਿੱਚੀਆਂ। ਬਾਕੀ ਕਲੱਬਾਂ ਦੇ ਵਿੱਚ ਇੱਕ ਅੱਧੇ ਪ੍ਰਧਾਨ ਦੀ ਲੱਤ ਖਿੱਚਣ ਦੀ ਕਸਰ ਨਹੀਂ ਛੱਡੀ ਅਸੀਂ। ਸਿਰਫ ਜਾਓ ਸਾਹਿਬ ਦਿਖਾਵਾ ਹੀ ਦਿਖਾਵਾ ਰਹਿ ਗਿਆ। ਟੋਟਲ 20 ਜਾਣੇ ਸੀ। ਆ ਅਖਬਾਰਾਂ 'ਚ ਖਬਰ ਛਪੂਗੀ, ਫੋਟੋ ਤੁਸੀਂ ਦੇਖ ਲਿਆ ਸੀ। ਉਹੀ ਵਿਚਾਰੇ ਬੰਦੇ ਜਿਹੜੇ ਇੱਥੇ ਲਗਾਤਾਰ ਮਨਾ ਰਹੇ ਆ। ਮੈਨੂੰ 29 ਸਾਲ ਹੋ ਗਿਆ। ਕਿੱਧਰ ਗਈ ਸਾਡੀ ਉਹ ਯਾਦ ਉਹਨਾਂ ਸ਼ਹੀਦਾਂ ਨੂੰ? ਸਿਰਫ ਦਿਖਾਵਾ ਰਹਿ ਗਿਆ। ਬਾਕੀ ਮੈਂ ਉਹਨਾਂ ਲੋਕਾਂ ਨੂੰ ਮੁਬਾਰਕ ਦਿੰਦਾ ਜਿਹੜੇ ਉਹ ਲਗਾਤਾਰ ਮਨਾਉਂਦੇ ਆ ਰਹੇ। ਇਹ ਤਾਂ ਸਾਡੀ ਹਾਲਤ ਹੋ ਗਈ। ਉਸ ਤੋਂ ਬਾਅਦ ਅਸੀਂ ਕੈਸੀ ਕੈਮਲ ਦੇ ਕਮਰੇ ਵਿੱਚ ਚਲੇ ਗਏ। ਜ਼ਿਆਦਾਤਰ ਉੱਥੇ ਕਾਮਰੇਡ ਵੀ ਨਹੀਂ ਸੀਗੇ, ਚੰਗੇ ਸੀਗੇ। ਰਾਤ ਨੂੰ ਇੱਕ ਕਾਮਰੇਡ ਸਾਹਿਬ ਇੱਥੇ ਆ ਗਏ, ਉਹ ਮਾਨ ਸਾਹਿਬ ਨੂੰ ਨਿੰਦਾ ਹੀ ਤੁਰੇ ਗਏ। ਫਿਰ ਮੇਰੀ ਬਹਿਸ ਹੋ ਗਈ ਉਹਨਾਂ, ਕੀ ਕਰੋਗੇ ਤੁਸੀਂ? ਸੱਚ ਤੇ ਪੈਦਾ ਦਿਓ ਅਗਰ ਤੁਹਾਡੇ ਦਿਲ ਦੇ ਵਿੱਚ ਹਮਦਰਦੀ ਹੈਗੀ ਹੈ, ਦਿਖਾਵਾ ਨਾ ਕਰੋ ਵੀਰੋ। ਬਹੁਤ ਬਹੁਤ ਧੰਨਵਾਦ ਕੈਪਟਨ ਸਾਹਿਬ, ਥੈਂਕ ਯੂ ਸੋ ਮਚ ਜੀ। ਜਲ ਸਾਹਿਬ ਜੀ ਕੈਪਟਨ ਸਾਹਿਬ ਜੀ ਤੇ ਸਾਡੇ ਭੈਣ ਭਰਾ ਜਿੰਨੇ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਨੇ, ਅਰਸ਼ ਦੱਸ ਦਈਏ ਕਿ ਜਿਹੜੇ ਯੋਧੇ ਹੁੰਦੇ ਆ ਨਾ ਉਹ ਕੌਮ ਦੇ ਵਿੱਚ ਥੋੜੇ ਉਂਗਲਾਂ ਤੇ ਗਿਣੇ ਜਾਣ ਜੋਗੇ ਹੀ ਹੁੰਦੇ ਆ ਜੀ। ਇਹ ਜਾਨ ਤਲੀ ਤੇ ਰੱਖਣਾ ਹਰ ਇੱਕ ਦੇ ਵੱਸ 'ਚ ਨਹੀਂ ਆਇਆ, ਪਰ ਜੇ ਯੋਧੇ ਥੋੜੇ ਹੁੰਦੇ ਆ ਉਹਨਾਂ ਦੇ ਦਿਹਾੜੇ ਮਨਾਉਣ ਵਾਲੇ ਵੀ ਸ਼ਾਇਦ ਗਿਣਤੀ ਦੇ ਲੋਕ ਹੀ ਹੁੰਦੇ ਆ। ਕਿਉਂਕਿ ਜੇ ਆਬਾਦੀ ਉਸ ਵੇਲੇ ਜਿੰਨੇ ਵੀ ਕਰੋੜ ਸੀਗੀ 1940 ਦੇ ਵਿੱਚ, ਉਹ ਕਤਲੇਆਮ ਨਿਰਦੋਸ਼ਾਂ ਦਾ ਜਿਹੜਾ ਮਾਈਕਲ ਅਡਵਾਇਰ ਉਸ ਜ਼ਾਲਮ ਨੇ ਕੀਤਾ, ਹੰਕਾਰੀ ਹੁਕੂਮਤ ਨੇ, ਉਸ ਵੇਲੇ ਦੁੱਖ ਤਾਂ ਸਾਰਿਆਂ ਨੂੰ ਹੀ ਸੀ, ਪਰ ਉੱਠਿਆ ਤੇ ਸ਼ਹੀਦ ਊਧਮ ਸਿੰਘ 1.25 ਲੱਖ ਸਾਰਿਆਂ ਚੋਂ। 1.25 ਲੱਖ ਸਾਰਿਆਂ ਨੂੰ ਦੁੱਖ ਬਰਾਬਰ ਸੀ, ਪਰ ਉਹ ਪਹੁੰਚਿਆ ਉੱਥੇ ਤੱਕ, ਉਹਦੇ ਘਰ ਤੱਕ। ਸੋ ਇਸ ਕਰਕੇ ਇਹ ਥੋੜੀਆਂ ਹੀ ਹੁੰਦੇ ਜੀ, ਥੋੜੀਆਂ ਹੀ ਹੁੰਦੇ ਆ, ਪਰ ਇਹ ਥੋੜੀਆਂ ਦੀ ਸਦਾ ਕੌਮਾਂ ਨੂੰ ਜ਼ਰੂਰਤ ਰਹਿੰਦੀ, ਲੋੜ ਰਹਿੰਦੀ ਹੈ, ਤਾਂ ਕਿ ਵੀ ਜਦੋਂ ਭੀੜ ਬਣੇ ਉਸ ਵੇਲੇ ਇਹ ਲੋਕ ਜਿਹੜੇ ਆ ਜੀ ਵੀ ਉਸ ਭੀੜ ਦੇ ਵਿੱਚ ਕੌਮ ਦਾ ਬਣਦਾ ਮਾਨ ਸਨਮਾਨ ਦੁਬਾਰਾ ਬਹਾਲ ਕਰ ਸਕਣ। ਸੋ ਇਸ ਕਰਕੇ ਕੌਮੀ ਯੋਧੇ ਵੀ ਥੋੜੇ ਹੁੰਦੇ ਆ ਜੀ, ਉਹਨਾਂ ਦੇ ਦਿਹਾੜੇ ਮਨਾਉਣ ਵਾਲੇ ਵੀ ਥੋੜੇ ਹੁੰਦੇ ਆ ਜੀ। ਇਹ ਦੇਖੋ ਕਿ ਜਿਹੜਾ ਵਗਦਾ ਵਹਾਅ ਹੁੰਦਾ ਨਾ ਪਾਣੀ ਦਾ, ਉਹਦੇ ਨਾਲ ਵਗੀ ਜਾਣਾ ਬਹੁਤ ਸੌਖਾ ਹੁੰਦਾ। ਮਤਲਬ ਪਤਾ ਉਦੋਂ ਲੱਗਦਾ ਜਦੋਂ ਉਲਟੀ ਗੰਗਾ ਵਹਾਉਣੀ ਪਵੇ, ਉਹ ਜਦੋਂ ਵਹਾਅ ਦੇ ਉਲਟ ਵਗਣਾ ਪਵੇ ਫੇਰ ਪਤਾ ਲੱਗਦਾ ਹੈ। ਸੋ ਇਹ ਵਹਾਅ ਦੇ ਉਲਟ ਵਗਿਆ ਸ਼ਹੀਦ ਊਧਮ ਸਿੰਘ। ਚਲੋ ਥੋੜੇ ਸੀ ਬਹੁਤੇ ਸੀ ਜਿੰਨੇ ਵੀ ਸੀ ਸਾਰਿਆਂ ਨੂੰ ਹੀ ਮੁਬਾਰਕ, ਕਿਉਂਕਿ ਪੱਗ ਸਾਰਿਆਂ ਦੀ ਰੁਲੀ ਸੀ ਉਸ ਦਿਨ, ਪੱਗ ਸਾਰਿਆਂ ਦੀ ਰੁਲੀ ਸੀ। ਜਿੰਨਿਆਂ ਨੇ ਵੀ ਯਾਦ ਕੀਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਕਿਸੇ ਵੀ ਰੂਪ 'ਚ ਚਲੋ ਗੱਲ ਹੁੰਦੀ ਆ, ਕੋਈ ਭੈਣ ਭਰਾ ਕਿਤੇ ਸੁਣਦੇ ਨੇ ਜੀ, 3.25 ਕਰੋੜਾਂ ਜੇ ਆਪਾਂ ਪੰਜਾਬੀ ਇਸ ਵੇਲੇ ਸਾਰੀ ਧਰਤੀ ਤੇ ਕਹਿ ਲਓ ਜਾਂ ਪੰਜਾਬ ਦੇ ਵਿੱਚ ਵੀ, ਪਰ ਦਰਦ ਸਾਰਿਆਂ ਨੂੰ ਹੈ, ਪਰ ਮਰਦ ਅਗੰਮੜੇ ਉੱਠਦੇ ਥੋੜੇ ਹੀ ਹੁੰਦੇ ਇਹੋ ਜਿਹੇ ਕੰਮਾਂ ਵਾਸਤੇ। ਸੋ ਉਹਨਾਂ ਨੂੰ ਯਾਦ ਕੀਤਾ ਜਾਂਦਾ ਇਸ ਕਰਕੇ। ਗਰਮੀਆਂ ਦਾ ਸੀਜ਼ਨ ਹੈ ਜੌਲ ਸਾਹਿਬ, ਐਂਡ ਵੱਖ-ਵੱਖ ਜਿੱਥੇ ਪਰਿਵਾਰ ਇਸ ਵੇਲੇ ਬੀਚਸ, ਲੇਕਸ, ਬੋਟਸ ਤੇ ਜਾ ਰਹੇ ਨੇ ਜੀ, ਬਟ ਉਹਨਾਂ ਨੂੰ ਬੇਨਤੀ ਹੈ ਜੀ
ਕਿ ਸੇਫਟੀ ਬਿਕਾਜ਼ ਮੈਂ ਅਜਿਹੇ ਇੱਕ ਪਰਿਵਾਰ ਨੂੰ ਜਾਣਦਾ ਬੋਟਿੰਗ ਤੇ ਜਾ ਰਹੇ ਸੀ ਜੀ ਐਂਡ ਉਹ ਬੋਟ ਹੀ ਫਲਿੱਪ ਹੋ ਗਈ। ਫਿਰ ਚਲੋ ਸੁੱਖ ਨਾਲ ਸਾਰਾ ਕੁਝ ਠੀਕ ਸੀ, ਲਾਈਫ ਜੈਕਟਾਂ ਪਾਈਆਂ ਸੀ, ਪਰੰਤੂ ਜੇ ਲਾਈਫ ਜੈਕਟਾਂ ਨਾ ਪਾਈਆਂ ਹੋਣ ਫਿਰ ਸੋ ਪਲੀਜ਼ ਬੀ ਵੈਰੀ ਕੇਅਰਫੁਲ ਇਨ ਦਿਸ ਟਾਈਮ। ਹਾਂਜੀ ਬਿਲਕੁਲ। ਅਸੀਂ ਦੇਖੋ ਫਿਰ ਲੌਂਗ ਵੀਕਐਂਡ ਵੈਸੇ ਤਾਂ ਜਦੋਂ ਸਮਰ ਦਾ ਸੀਜ਼ਨ ਹੀ ਸ਼ੁਰੂ ਹੁੰਦਾ ਉਦੋਂ ਹੀ ਆਪਾਂ ਇਹ ਗੱਲਾਂ ਸ਼ੁਰੂ ਕਰ ਦਿੰਦੇ ਹਾਂ। ਜਿਸ ਤਰ੍ਹਾਂ ਦਾ ਕੋਈ ਸੀਜ਼ਨ ਸ਼ੁਰੂ ਹੋਵੇ ਉਹਦੇ ਵਿੱਚ ਜਿਸ ਤਰ੍ਹਾਂ ਦੀਆਂ ਘਟਨਾਵਾਂ ਇਹ ਰਿਸਕੀ ਵਾਪਰਦੀਆਂ ਨੇ ਲਾਈਫ ਵਾਸਤੇ, ਉਹਦੇ ਲਈ ਕੰਮ ਜਿਹੜਾ ਵੀ ਆਪਾਂ ਲਗਾਤਾਰਤਾ ਦੇ ਨਾਲ ਕਰਦੇ ਰਹਿੰਦੇ ਹਾਂ। ਇਹ ਵੀ ਚਲੋ ਹੁਣ ਕਰ ਰਹੇ ਹਾਂ ਤੇ ਫਿਰ ਲੌਂਗ ਵੀਕਐਂਡ ਵੀ ਚੱਲ ਰਿਹਾ ਤੇ ਇਹ ਲੇਕ ਓਨਟਾਰੀਓ ਜਿਹੜੀ ਕਿ ਬਹੁਤ ਵੱਡੀ ਆ, ਆਪਾਂ ਦੇਖਦੇ ਹਾਂ ਵੀ ਸਾਊਦਰਨ ਓਨਟਾਰੀਓ ਦੇ ਨਾਲ ਕਾਫੀ ਸਾਰਾ ਹਿੱਸਾ ਇਹਦਾ ਲੱਗਦਾ, ਦੂਸਰਾ ਪਾਸਾ US ਦੇ ਨਾਲ ਜਾ ਲੱਗਦਾ। ਤੇ ਇਹਦੇ ਵਿੱਚ ਫਿਰ ਕੱਲ ਜੀ ਵੀ ਪਤਾ ਲੱਗਾ ਇਹ ਬੋਟ ਦੇ ਵਿੱਚੋਂ ਡਿੱਗਣ ਕਰਕੇ ਇੱਕ ਬੰਦਾ ਜਿਹੜਾ ਵੀ ਉਹ ਡਿੱਗਿਆ। ਪਹਿਲੀ ਗੱਲ ਕਿੱਦਾਂ ਇਹ ਨਹੀਂ ਕਿਸੇ ਨੂੰ ਪਤਾ ਲੱਗਾ, ਪਰ ਆਮ ਤੌਰ ਤੇ ਜਾਣੀ ਕਿ ਇਹ ਸੈਲਫੀਆਂ ਖਿੱਚਦਿਆਂ ਵੀ ਘਟਨਾਵਾਂ ਵਾਪਰ ਜਾਂਦੀਆਂ ਜੀ ਇੱਦਾਂ ਦੀਆਂ। ਤੇ ਦੂਸਰਾ ਇਹ ਅੱਜ ਵੀ ਪਾਣੀ ਦੇ ਵਿੱਚ ਜਾ ਕੇ ਜੇ ਸੰਭਲਣ ਦੀ ਸਮਰੱਥਾ ਨਹੀਂ, ਜਾਣ ਦੀ ਆਪਾਂ ਨੂੰ ਲੋੜ ਕੋਈ ਨਹੀਂ, ਪਰ ਹੁਣ ਇਹ ਤਾਂ ਬੋਟ ਦੇ ਵਿੱਚ ਗਏ ਸੀ ਵੀ ਕਿਸ ਤਰ੍ਹਾਂ ਇਹ ਸਭ ਕੁਛ ਇਹਦੇ ਨਾਲ ਵਾਪਰਿਆ ਉਹ ਤੇ ਪੁਲਿਸ ਨੇ ਹਜੇ ਇਨਵੈਸਟੀਗੇਟ ਕਰਨਾ। ਪਰ ਜਿੰਨਾ ਚਿਰ ਜਾਣੀ ਕਿ ਫਿਰ ਪਹੁੰਚ ਕੇ ਇਹਨੂੰ ਕੱਢਿਆ ਜਾਂਦਾ ਝੀਲ ਦੇ ਵਿੱਚੋਂ ਉਹਨਾਂ ਚਿਰ ਆਲਮੋਸਟ ਜਾਣੀ ਜਾਂ ਜਿਹੜਾ ਪਾਣੀ ਆ ਉਹ ਬੋਡੀ ਦੇ ਵਿੱਚ ਐਂਟਰ ਹੋ ਚੁੱਕਾ ਸੀਗਾ ਤੇ ਬਚਾਇਆ ਨਹੀਂ ਜਾ ਸਕਿਆ। ਸੋ ਦੇਖੋ ਇਹ ਜਿਹੜਾ ਘਟਨਾਵਾਂ ਨਾ ਸਮਰ ਦੇ ਵਿੱਚ ਸਾਰੇ ਕੈਨੇਡਾ 'ਚ ਵਾਪਰਦੀਆਂ ਤੇ ਉਧਰ ਪੰਜਾਬ 'ਚ ਵੀ ਪਤਾ ਲੱਗਾ ਕਿ ਜਾ ਕੇ ਮਾਰ ਕਿਤੇ ਹਿਮਾਚਲ ਪ੍ਰਦੇਸ਼ ਦੇ ਵਿੱਚ 7 ਮੁੰਡੇ ਪੰਜਾਬ ਤੋਂ ਗਏ ਸੀਗੇ ਉੱਥੇ ਝੀਲ ਦੇ ਵਿੱਚ, ਉਹ ਵੀ ਡੁੱਬ ਕੇ ਮਰ ਗਏ। ਅੱਜ ਦੀ ਖਬਰ ਹੈ ਇਹ। ਸੋ ਇਹ ਕੁੱਲ ਮਿਲਾ ਕੇ ਜਾਣੀ ਦਰਿਆਵਾਂ ਦੇ ਵਿੱਚ ਝੀਲਾਂ ਦੇ ਵਿੱਚ ਜਾਣ ਨੂੰ ਦਿਲ ਕਰਦਾ, ਉੱਥੇ ਬੀਚਸ ਦੇ ਉੱਤੇ ਉਹ ਸਭ ਕੁਝ ਹੈ, ਠੀਕ ਹੈ ਜਾਣਾ ਚਾਹੀਦਾ, ਪਰ ਜ਼ਰੂਰ ਆਪਣੀ ਸਮਰੱਥਾ ਦਾ ਖਿਆਲ ਰੱਖਿਆ ਜਾਵੇ, ਆਪਣੀ ਸਕਿੱਲ ਦਾ। ਕਿ ਜੇ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਲਾਈਫ ਜੈਕਟਸ ਹਨ ਨਾ ਜੀ, ਲਾਈਫ ਜੈਕਟਸ ਆ ਜਿਹੜੀ ਇਹ ਲਾਈਫ ਨੂੰ ਬਚਾਉਣ ਵਾਸਤੇ ਆ, ਕਿਸੇ ਮਕਸਦ ਵਾਸਤੇ ਆ ਵੀ ਭਾਵੇਂ ਜਿਹੜੇ ਸਵਿਮਰਸ ਆ ਉਹ ਵੀ ਪਾ ਕੇ ਜਾਂਦੇ ਆ ਜੀ, ਤੇ ਨੌਨ ਸਵਿਮਰਸ ਵਾਸਤੇ ਤਾਂ ਹੋਰ ਵੀ ਇਹ ਜਾਣੀ ਕਿ ਵਾਈਟਲ ਆ ਵੀ ਉਹ ਲਾਈਫ ਜੈਕਟ ਤੋਂ ਬਿਨਾਂ ਪਾਣੀ ਦੇ ਵਿੱਚ ਨਾ ਜਾਣ। ਤੇ ਵੈਸੇ ਪਾਣੀ ਦੇ ਵਿੱਚ ਨਾ ਜਾਣ ਤੋਂ ਬਿਨਾਂ ਬੜਾ ਵਧੀਆ ਸਰ ਸਕਦਾ ਜੇ ਅਸੀਂ ਉੱਥੇ ਜਾ ਕੇ ਵਿੱਚ ਨਹੀਂ ਸੰਭਾਲ ਸਕਦੇ ਆਪਣੇ ਆਪ ਨੂੰ ਤਾਂ। ਸੋ ਅੱਜ ਦਾ ਵੀ ਦਿਨ ਆ ਜੀ ਵੀ ਲੌਂਗ ਵੀਕਐਂਡ ਦਾ ਇਹ ਆਖਰੀ ਦਿਨ ਹੈ। ਸੋ ਆਸ ਕਰਦੇ ਹਾਂ ਕਿ ਜਿਹੜੇ ਲੋਕ ਫਨ ਕਰਨ ਗਏ ਨੇ ਜਾਂ ਗਈਆਂ ਨੇ ਘਰੋਂ ਵੀ ਉਹ ਉਸੇ ਤਰੀਕੇ ਦੇ ਨਾਲ ਸਾਰੇ ਦੇ ਸਾਰੇ ਸਾਰੀਆਂ ਜਿਹੜੇ ਉਹ ਮੁੜ ਕੇ ਆ ਜਾਣਗੇ ਫਨ ਕਰਕੇ ਅੱਜ ਸ਼ਾਮ ਤੱਕ। ਵੀ ਇੱਕ ਅੱਧੇ ਨੂੰ ਆਪਾਂ ਨਹੀਂ ਹੁੰਦਾ ਕਿਸੇ ਨੇ ਉੱਥੇ ਛੱਡ ਕੇ ਆਉਣਾ। ਸੋ ਸਾਰੇ ਜਾਣੇ ਜਾਓ ਫਨ ਵਾਸਤੇ, ਪਰ ਖੁਸ਼ੀ ਫਨ ਕਰਕੇ ਵਾਪਸ ਲਿਆਓ। 6 ਜ਼ਖਮੀ ਏਜੈਕਸ ਦੇ ਵਿੱਚ ਸ਼ੂਟਿੰਗ ਲਾਸਟ ਨਾਈਟ ਹੋਈ, 2 ਕਹਿ ਲਓ ਕਿ ਲਾਸ਼ਾਂ ਮਿਲੀਆਂ, 2 ਮੀਨਿੰਗ ਡੈਡ ਹੋ ਚੁੱਕੇ ਔਨ ਦ ਸਪੌਟ, 1 ਇੰਜਰੀ ਸਰੀ ਦੇ ਵਿੱਚ ਹੋਈ ਹੈ ਜੀ ਕੱਲ। ਰਾਤੀ ਹੋਰ ਵੀ ਮਿਸਿਸਾਗਾ ਦੇ ਵਿੱਚ ਤਮਾਸ਼ੇ ਬੜੇ ਹੋਏ ਆ, ਜਾਣੀ ਕਿ ਗੋਲੀਆਂ ਉੱਥੇ ਵੀ ਚੱਲੀਆਂ, 2 ਗੋਲੀਆਂ ਉੱਥੇ ਚੱਲੀਆਂ, ਉਹ ਵੀ ਫੀਮੇਲ। ਹਾਂ ਇਹ ਤਾਂ ਵੈਸੇ 19 ਜੂਨ ਨੂੰ ਚਲਾ ਕੇ ਭੱਜ ਗਈਆਂ ਸੀਗੀਆਂ। ਹਾਂ ਇਹ ਕਾਬੂ ਹੋਣਾ ਹੀ 28 ਜੁਲਾਈ ਨੂੰ ਹੈ। ਇੱਕ ਮਿਲਟਨ ਤੋਂ ਸੀਗੀ ਤੇ ਇੱਕ ਸੀਗੀ ਟੋਰੰਟੋ ਤੋਂ। ਪਰ ਇਹ ਹੁਣ ਨਾਈਟ ਕਲੱਬ ਦਾ ਕਲਚਰ ਹੈ ਨਾ ਸਾਰਾ, ਵੀ ਜੇ ਹੁਣ ਆਪਾਂ ਜਾਣੀ ਕੰਜਰਖਾਨਾ ਕਹੀਏ, ਭਾਵੇਂ ਪੰਜਾਬੀਆਂ ਨੂੰ ਪਤਾ ਵੀ ਹੈ ਤੇ ਕੰਜਰਖਾਨੇ ਹੀ, ਪਰ ਉਹ ਫਿਰ ਕਈ ਵਾਰੀ ਹੁੰਦਾ ਵੀ ਕੰਜਰਖਾਨਾ ਲਫ਼ਜ਼ ਨਾ ਵਰਤਿਆ ਜਾਵੇ, ਚਲੋ ਨਹੀਂ ਵਰਤਦੇ। ਪਰ ਮੈਨੂੰ ਦੱਸਿਆ ਜਾਵੇ ਵੀ ਇਹਨਾਂ ਨਾਈਟ ਕਲੱਬ ਦੇ ਇਹ ਕਲਚਰ ਦਾ ਰਾਤਾਂ ਨੂੰ ਇਹ ਵੀ ਲਾਭ ਕੀ ਆ ਸੋਸਾਇਟੀ ਨੂੰ, ਕਿਉਂਕਿ ਆਪਾਂ ਹਰ ਕੁਝ ਖੜਾ ਮਤਲਬ ਸਮਾਜ ਦੇ ਵਿੱਚ ਉਹ ਪੈਦਾ ਕਰਦੇ ਹਾਂ ਜਿਹਦਾ ਲਾਭ ਹੋਵੇ। ਰਾਈਟ। ਕਦੀ ਕਿਸੇ ਨੇ ਗਿਣਾਈ ਨਹੀਂ ਵੀ ਇਹਦੇ ਲਾਭ ਕੀ ਆ, ਵੀ ਜਾਨੀ ਨੁਕਸਾਨ ਹੀ ਕਿੰਨੇ ਆ, ਉਹ ਤੇ ਹਰ ਵੀਕਐਂਡ ਤੇ ਆਪਾਂ ਗਿਣਦੇ ਹਾਂ ਜੀ। 6 ਏਜੈਕਸ ਦੇ ਵਿੱਚ ਗੋਲੀਆਂ ਚੱਲੀਆਂ, ਇੱਕ ਦੀ ਹਾਲਤ ਗੰਭੀਰ ਆ, 2 ਮਿਸਿਸਾਗਾ ਦੇ ਵਿੱਚ ਦੋਨਾਂ ਦੀ ਹਾਲਤ ਜਾਣੀ ਕਿ ਕਾਫੀ ਗੰਭੀਰ ਆ। ਏਦਾਂ ਹੀ ਇਹ ਜਾਣੀ ਕਿ ਜਿਹੜਾ ਤੁਸੀਂ ਦੱਸਿਆ ਵੀ ਇਹ ਗੋਲੀਆਂ ਚਲਾ ਕੇ ਭੱਜੀਆਂ ਹੋਈਆਂ ਸੀਗੀਆਂ, ਇਹ ਆਪਣੇ ਆਪ ਦੇ ਵਿੱਚ ਹੁਣ ਅਜੀਬੋ-ਗਰੀਬ ਹੀ ਗੱਲ ਆ ਵੀ ਗੋਲੀ ਚਲਾ ਕੇ ਕੁੜੀਆਂ ਭੱਜੀਆਂ ਹੋਈਆਂ ਸੀਗੀਆਂ ਅੱਜ ਦੇ ਜ਼ਮਾਨੇ ਦੀਆਂ, ਦੋਨੇ ਵੈਸੇ ਪੰਜਾਬਣਾਂ ਨਹੀਂ ਹੈਗੀਆਂ, ਸ਼ੁਕਰ ਹਾਂਜੀ। ਤੇ ਪਰ ਹੁਣ ਪੁਲਿਸ ਨੇ ਜਿਹੜਾ ਕੇਸ ਦਰਜ ਕੀਤਾ ਉਹ ਕੀਤਾ ਵੀ ਨਜਾਇਜ਼ ਪਿਸਤੌਲ ਸੀ ਇਹਨਾਂ ਕੋਲ। ਹੁਣ ਨਜਾਇਜ਼ ਪਿਸਤੌਲ ਤੇ ਵੀ 19 ਜੂਨ ਨੂੰ ਅੱਧੀ ਰਾਤ ਤੋਂ ਬਾਅਦ 3 ਵਜੇ ਗੋਲੀਆਂ ਚਲਾ ਕੇ ਇਹ ਭੱਜੀਆਂ, 21 ਸਾਲ ਤੇ 23 ਸਾਲ ਉਮਰ ਹੈ ਹਨਾ। ਤੇ ਹੁਣ ਵੀ ਉਹ ਵੇਲਾ ਗਾਂ ਘੰਟੇ ਕੁ ਬਾਅਦ ਤੇ ਅੰਮ੍ਰਿਤ ਵੇਲਾ ਸ਼ੁਰੂ ਹੋਣਾ ਹੁੰਦਾ, ਤੇ ਇਹ ਹਲੇ ਮਤਲਬ ਜਾਗਦੀਆਂ ਗੋਲੀਆਂ ਹੀ ਚਲਾ ਰਹੀਆਂ ਸ਼ਹਿਰ ਦੇ ਵਿੱਚ ਜੀ। ਸੋ ਇਸ ਕਰਕੇ ਆ ਜੀ ਵੀ ਇਹ ਹੁਣ ਕੈਨੇਡਾ ਨੰਬਰ 1 ਦੇਸ਼ ਹੈ, ਪਰ ਇਸ ਤਰ੍ਹਾਂ ਦੀਆਂ ਜਿਹੜੀਆਂ ਵਾਰਦਾਤਾਂ ਹੋਣੀਆਂ ਜਾਰੀ ਹੈ। ਉੱਥੇ ਸਰੀ ਦੇ ਵਿੱਚ ਵੀ ਕਾਫੀ ਮਾਰੋ ਮਾਰ ਚੱਲੀ ਹੈ, ਜਿਹਦੇ ਵਿੱਚ ਕਿ 2 ਜਾਣੀ ਕਿ ਮੁੰਡਿਆਂ ਦੀ ਮੌਤ ਹੋ ਗਈ ਹੈ, ਇੱਕ ਜ਼ਖਮੀ ਹੋਇਆ। ਸ਼ੂਟਿੰਗ ਇਨਸੀਡੈਂਟ ਹੈ, ਉਹਦੀ ਇਨਵੈਸਟੀਗੇਸ਼ਨ ਜਾਰੀ ਹੈ ਤੇ ਦੱਸਿਆ ਜਾ ਰਿਹਾ ਵੀ ਇਹ ਵੀ ਸ਼ਾਇਦ ਪੰਜਾਬੀ ਹੋਣਗੇ, ਕਿਉਂਕਿ ਸਰੀ ਹੋਵੇ ਬਰੈਂਪਟਨ ਹੋਵੇ ਤੇ ਫਿਰ ਇਹ ਸੰਭਾਵਨਾ ਕਈ ਵਾਰੀ ਆਮ ਹੁੰਦੀ ਆ ਵੀ ਘਟਨਾ ਵਾਪਰੇ ਤੇ ਪੰਜਾਬੀ ਤੇ ਪੰਜਾਬਣਾਂ ਦੀ ਸ਼ਮੂਲੀਅਤ ਜੀ। ਪਰ ਗੁਰੂ ਮਹਾਰਾਜ ਕਿਰਪਾ ਕਰੇ ਜੀ ਸਾਰਿਆਂ ਤੇ, ਸੋਹਣਾ ਦੇਸ਼ ਕਰੀਏ ਜੀ।
ਵਾਰਡ 9 ਅਤੇ 10 ਸਕੂਲ ਟਰਸਟੀ ਕੈਂਡੀਡੇਟ ਇਸ ਵੇਲੇ ਸਾਡੇ ਨਾਲ ਲਾਈਨ ਤੇ ਸਰਦਾਰ ਸਤਪਾਲ ਸਿੰਘ ਜੌਲ ਹਾਜ਼ਰ ਨੇ ਜੀ ਇਸ ਆਉਣ ਵਾਲੇ ਦੀਵਾਲੀ ਵਾਲੇ ਦਿਨ ਦੇ ਉੱਤੇ ਜੀ ਜਿੱਥੇ ਮਿਊਨਿਸਪਲ ਇਲੈਕਸ਼ਨ ਦੀਆਂ ਚੋਣਾਂ ਹੋ ਰਹੀਆਂ ਨੇ ਜੀ ਤੁਸੀਂ ਜ਼ਰੂਰ ਜੌਲ ਸਾਹਿਬ ਦੇ ਕਹਿ ਲਓ ਕਿ ਉਹਨਾਂ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ ਉਹਨਾਂ ਦੇ ਨਾਲ ਜੁੜਨਾ ਚਾਹੁੰਦੇ ਹੋ ਟੀਮ ਦੇ ਵਿੱਚ ਸਪੋਰਟ ਕਰਨਾ ਚਾਹੁੰਦੇ ਹੋ ਤਾਂ ਜੁਆਇਨ ਕਰ ਸਕਦੇ ਹੋ ਤੇ ਜੌਲ ਸਾਹਿਬ ਤੋਂ ਪੁੱਛਦੇ ਕਿ ਤਿਆਰੀਆਂ ਕਿੱਦਾਂ ਚੱਲ ਰਹੀਆਂ ਨੇ ਜੀ ਕੀ ਰਿਸਪੌਂਸ ਆ ਰਿਹਾ ਕਮਿਊਨਿਟੀ ਵੱਲੋਂ ਜੌਲ ਸਾਹਿਬ ਹਾਂ ਅਰਸ਼ ਦੇਖੋ ਜੀ ਵੀ ਇਸ ਤਰੀਕੇ ਦੇ ਨਾਲ ਸਾਡੀ ਜਿਹੜੀ ਇਲੈਕਸ਼ਨ ਹੈ ਲੱਗ ਰਿਹਾ ਕਿ ਕਮਿਊਨਿਟੀ ਦੀ ਆਪਣੀ ਇਲੈਕਸ਼ਨ ਹੈ ਸੋ ਬਹੁਤ ਭੈਣ ਭਰਾ ਪਰਿਵਾਰਾਂ ਦੇ ਵਿੱਚ ਜਿਹੜਾ ਜੀ ਵੀ ਸਾਨੂੰ ਮਦਦ ਕਰਨ ਦੇ ਲਈ ਤਿਆਰ ਨੇ ਜੀ ਵੋਲੰਟੀਅਰ ਵਜੋਂ ਵੀ ਆਪ ਅੱਗੇ ਆਇਆ ਜਾ ਰਿਹਾ ਸੀ ਉਸ ਦੇ ਲਈ ਅਸੀਂ ਸਾਡਾ ਸਿਰ ਝੁਕਦਾ ਜੀ ਬਹੁਤ ਮਿਹਰਬਾਨੀ ਸੋ ਧੰਨਵਾਦ ਹੈ ਜਿਸ ਤਰ੍ਹਾਂ ਤੁਸੀਂ ਦੱਸਿਆ ਦੀਵਾਲੀ ਵਾਲਾ ਦਿਨ ਹੈ ਉਸ ਦਿਨ ਹੋਰ ਵੀ ਕਈ ਕੰਮਕਾਰ ਹੁੰਦੇ ਆ ਤਿਉਹਾਰਾਂ ਦੇ ਮੌਕੇ ਤੇ ਜਿਹਦੇ ਕਰਕੇ ਕਿ ਐਡਵਾਂਸ ਪੋਲ ਹੈ ਜਿਹੜੀ 7, 8, 9 ਤੇ 14, 15 ਅਕਤੂਬਰ ਨੂੰ ਹੋਵੇਗੀ 5 ਦਿਨ ਲਗਾਤਾਰ ਉਹਦਾ ਵੱਧ ਤੋਂ ਵੱਧ ਲਾਭ ਲੈਣਾ ਕੁਝ ਇੱਕ ਵਿਆਹ ਸਮਾਗਮ ਵੀ ਆ ਰਹੇ ਆ ਜੀ 7, 8 ਅਕਤੂਬਰ ਨੂੰ ਹੀ ਸੋ ਐਡਵਾਂਸ ਪੋਲ ਵੀ ਹੋਣੀ ਆ ਸਾਰੀ ਤਰ੍ਹਾਂ ਦੇ ਸਮਾਗਮ ਵੀ ਦੇਖਣੇ ਨੇ ਇਸ ਕਰਕੇ 6 ਦਿਨ ਕੁੱਲ ਮਿਲਾ ਕੇ ਵੋਟ ਜਿਹੜੀ ਆ ਜੀ ਮਿਊਨਿਸਪਲ ਇਲੈਕਸ਼ਨ ਦੀ ਪੈਣੀ ਆ ਜੀ ਉਹ ਜਿਹੜੀ ਮਿਊਨਿਸਪਲ ਇਲੈਕਸ਼ਨ ਓਨਟਾਰੀਓ ਭਰ ਦੇ ਵਿੱਚ ਹੈ ਉਹਦੇ ਵਿੱਚ ਫਿਰ ਬਰੈਂਪਟਨ ਦੇ ਵਿੱਚ ਜਿਹੜੀ ਚੋਣ ਹੋਣੀ ਆ ਮੇਅਰ ਦੀ ਕੌਂਸਲਰ ਦੀ ਰੀਜਨਲ ਕੌਂਸਲ ਦੀ ਤੇ ਨਾਲ ਸਕੂਲ ਟਰਸਟੀ ਦੀ ਵਾਰਡ 9 ਤੇ 10 ਦੇ ਵਿੱਚ ਜਿਹੜਾ ਉਹ ਬੈਲਟ ਪੇਪਰ ਵੋਟਰਾਂ ਨੂੰ ਮਿਲਣਾ ਹੈ ਜਿੱਥੇ ਉਹਨਾਂ ਨੇ ਮੇਅਰ ਨੂੰ ਚੁਣਨਾ ਹੈ ਜਿੱਥੇ ਉਹਨਾਂ ਨੇ ਕੌਂਸਲਰ ਚੁਣਨਾ ਆਪਣਾ ਰੀਜਨਲ ਕੌਂਸਲਰ ਚੁਣਨਾ ਹੈ ਅਗਲੇ 4 ਸਾਲਾਂ ਵਾਸਤੇ ਫਿਰ ਉਹਨਾਂ ਨੇ ਸਕੂਲ ਟਰਸਟੀ ਦੀ ਚੋਣ ਵੀ ਉਸੇ ਹੀ ਬੈਲਟ ਪੇਪਰ ਤੇ ਕਰਨੀ ਹੈ ਤੇ ਸਕੂਲ ਟਰਸਟੀ ਕੈਂਡੀਡੇਟ ਜੀਪੀ ਬੈਲਟ ਪੇਪਰ ਤੇ ਫਿਰ ਵਾਰਡ 9 ਤੇ 10 ਦੇ ਵਿੱਚ ਉਹ ਕੈਂਡੀਡੇਟ ਉਮੀਦਵਾਰ ਸਤਪਾਲ ਸਿੰਘ ਜੌਲ ਦਾ ਨਾਂ ਦੇਖਣਗੇ ਸੋ ਭੈਣ ਭਰਾਵਾਂ ਨੇ ਜੀਪੀ ਬੜੀ ਮਿਹਰਬਾਨੀ ਜਿੰਨੀ ਕੁ ਸਪੋਰਟ ਕੀਤੀ ਜਾ ਰਹੀ ਹੈ ਤੇ ਜਿੰਨੀ ਫਿਰ ਉਸ ਦਿਨ ਕੀਤੀ ਜਾਵੇਗੀ ਤੇ ਅਸੀਂ ਕੋਸ਼ਿਸ਼ ਹੈ ਜੀ ਵੀ ਜਿਸ ਤਰ੍ਹਾਂ ਹੁਣ ਤੋਂ ਲੈ ਕੇ ਆਪਾਂ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਸੇਵਾਵਾਂ ਦੇ ਵਿੱਚ ਹਾਜ਼ਰ ਰਹੇ ਨੇ ਜੀ ਪਿਛਲੇ ਸਮੇਂ ਦੇ ਵਿੱਚ ਆਪਣਾ ਇੱਕ ਲੰਬਾ ਟਰੈਕ ਰੈਕਡ ਹੈ ਕਿ ਸਦਾ ਹਾਜ਼ਰ ਰਹੇ ਹੈ ਬਿਨਾਂ ਕਿਸੇ ਕੁਰਸੀ ਤੋਂ ਵੀ ਹਾਜ਼ਰ ਰਹੇ ਹੈ ਸੋ ਸਾਡੀ ਜਿਹੜੀ ਇਹ ਸੇਵਾ ਭਾਵਨਾ ਇਹ ਤਾਂ ਜੀ ਅਡੋਲਤਾ ਦੇ ਨਾਲ ਏਦਾਂ ਹੀ ਨਿਡਰਤਾ ਦੇ ਨਾਲ ਅੱਗੇ ਚੱਲਣੀ ਹੈ ਤੇ ਭੈਣ ਭਰਾ ਜਿੰਨਾ ਕੁ ਸਹਿਯੋਗ ਕਰਨਗੇ ਉਸ ਤਰੀਕੇ ਦੇ ਨਾਲ ਅਸੀਂ ਸੇਵਾਵਾਂ ਹੋਰ ਵੀ ਵੱਧ ਅਸਰਦਾਰ ਤਰੀਕੇ ਦੇ ਨਾਲ ਦੇ ਸਕੀਏ ਇਸ ਕਰਕੇ ਸਕੂਲ ਟਰਸਟੀ ਦੀ ਚੋਣ ਦੇ ਵਿੱਚ ਸਫਲ ਕੀਤਾ ਜਾਵੇ ਜੀ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ ਜੌਲ ਸਾਹਿਬ ਦੇ ਨਾਲ ਰਿਗਾਰਡਿੰਗ ਇਲੈਕਸ਼ਨਸ ਜਾਂ ਤੁਸੀਂ ਸਪੋਰਟ ਕਰਨਾ ਚਾਹੁੰਦੇ ਹੋ 4168953784 4168953784 ਤੇ ਡਾਇਰੈਕਟਲੀ ਜੌਲ ਸਾਹਿਬ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ ਜੌਲ ਸਾਹਿਬ ਥੈਂਕ ਯੂ ਸੋ ਮਚ ਹੈਵ ਅ ਵੰਡਰਫੁਲ ਡੇ ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ